इस उम्र 'ਚ ਜਨੂਨ ਹੋਣਾ ਇਹ ਸਭ ਤੋਂ ਵੱਡੀ ਗੱਲ ਹੈ। ਜਦੋਂ ਲੋਕ ਕਹਿੰਦੇ ਮੈਂ ਜ਼ਿੰਦਗੀ ਤੋਂ ਅੱਕ ਤੇ ਥੱਕ ਗਿਆ, ਇਸ ਕਰਕੇ ਹਮੇਸ਼ਾ ਆਪਣੇ ਆਪ 'ਚ ਨਾ ਜਨੂਨ ਬਣਾ ਕੇ ਰੱਖਣਾ ਵੀ ਮੈਂ ਕੰਮ ਕਰਨਾ। 30 ਤਰੀਕ ਨੂੰ ਇਹਨਾਂ ਨੇ ਕਿਹਾ ਵੀ 1 ਤਰੀਕ ਨੂੰ ਸੀਨੀਅਰ ਸਿਟੀਜ਼ਨ ਵਾਲੇ ਹਲਵਾਈ ਦਾ ਕੰਮ ਦੇਖਣਗੇ, ਲੈ ਕੇ 6 ਤੋਂ ਸੀ ਸਾਡੀ ਡਿਊਟੀ, ਇਹਨਾਂ ਕਿਹਾ 1 ਤੋਂ ਦੇਖਣਗੇ। ਇੱਥੇ ਚਤਰਭੁਜ ਸ਼ਰਮਾ ਜੀ ਬੈਠੇ ਹੋਣੇ ਆ, ਆਹ ਦੇਖੋ। मैं जी किन्ने बंदे चाहिए? कहते 16। मैं जी पहले नहीं बताया, कहते आपको पहले कहा गया था। मैं कैसे? कहता जहाँ कम वहाँ हम, जहाँ कम वहाँ हम। मैं उतों की कहते ड्यूटी सवेरे 7 बजे तो रात 8 बजे तक जे। तो मैं चाहांगा जी गल मैं अगली कह रहे हैं, ताड़ियां मार के इन्हों का स्वागत करना। तो चतरभुज जी का, कुलवंत सिंह होना का, नरैन दास जी का, जोड़े इस कमेटी के मैंबर है, इन्होंने बहुत जी 7 जो मैं इन्होंने कहा ना ड्यूटी 8 तो 8 है, कहते 7 तो 8 कर लो। 7 तो दिन की 15 मिनट लेट नहीं होंगे, सारा काम संभाया है इन्होंने। सत श्री अकाल जी, बैठो डॉक्टर जी बैठो जी। तुसी ठीक है, मतलब गल की है भी जे जनून नहीं ना है किसी काम तुसी अज की डेट के नौजवान कह दो भी उत्थे सेवा करनी है, चलो वो कहते पापा तेरा दिमाग ठीक है तू जा उत्ते है। यह गल सच है? ठीक है सच। किरण मैडम जी मैनू कहते जी बच्चों की उत्थे छूट हैगी है कि नहीं हैगी? पिंकी ने किया, पिंकी ने किया है। कोच साहब की हाल चाल है? टीम नहीं तुहाडी आई? टीम सर दिहाड़ियां लाउण गए ना, अद्धे गई। अच्छा, वो कहते ड्यूटी ते पहुंच जाएंगे। शाली मैडम 8 लेडीज़ है ਜਿਹੜੀਆਂ ਸਟਿਚਿੰਗ ਦੇ ਕਿਸੇ ਪਾਰਲਰ ਤੇ ਕੰਮ ਕਰਦੀਆਂ, ਕਿਸੇ ਬੁਟੀਕ ਤੇ ਕੰਮ ਕਰਦੀਆਂ, ਉੱਥੇ ਛੁੱਟੀ ਨਹੀਂ ਮਿਲੀ। शाली 8 ਦੀ ਛੁੱਟੀ ਕਹੀ ਉਹਨਾਂ ਨੇ ਪਹਿਲਾਂ 5-7 ਦਿਨ ਪਹਿਲਾਂ। चलो शाली मैडम आ गई, समझो सब आ गए। ਸਭ ਆ ਗਏ ਜੀ। बैठो शाली मैडम। ਤੁਹਾਨੂੰ ਮੈਂ ਇੱਕ ਹੋਰ ਮਹੀਨਿਆਂ ਤੋਂ ਇਹਨਾਂ ਨਾਲ ਆਪਣੀ ਚਰਚਾ ਬੈਠਕਾਂ ਹੁੰਦੀਆਂ ਹੋ ਰਹੀ मैं उस ग्राउंड में सरकार मौजूद हूँ। भारती यहाँ पर सहकार भारती की तरफ से सरकार एक बड़ा भारती ਦੇ ਇਸ अधिवेशन कार्यक्रम ਦੇ ਵਿੱਚ होने जा रहा है। हालांकि 1 घंटे पहले ही एक राष्ट्रीय ਭਾਵੇਂ ਅੰਮ੍ਰਿਤਸਰ 'ਚ 1000 ਸੰਗਠਨ ਕੰਮ ਕਰ ਰਹੇ उनके द्वारा जो प्रेस कॉन्फ्रेंस ਲੇਕਿਨ ਸੀਨੀਅਰ की गई है, ਸਿਟੀਜ਼ਨ लेकिन अभी हमारे ਮੁੱਖ ਘਟਕ ਦਲ ਹੈ ਇਸ कार्यक्रम ਦਾ। श्री विनोद खन्ना जी जो कि जनरल सेक्रेटरी हैं सीनियर सिटीजन सेल के, वो लोगों को बता रहे हैं अपने साथ ਭੋਜਨ ਵਿਵਸਥਾ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਔਖਾ ਕੰਮ। 50 ਲੱਖ ਰੁਪਏ ਦਾ ਸਮਾਨ ਆਣਾ, ਉਹਨਾਂ ਨੇ ਚਾਬੀ ਸਾਡੇ ਹੱਥ ਫੜਾਈ ਹੋਈ ਹੈ। ਇਹ ਤੋਂ ਵੱਡਾ ਐਤਵਾਰ ਤੇ ਨਹੀਂ ਨਾ ਹੋ ਸਕਦਾ। ਇਹਦਾ ਮਤਲਬ ਸਾਨੂੰ ਆਪਣਾ ਅੱਧਾ ਅੰਗ ਸਮਝਦੇ ਆ। ਸਾਨੂੰ 3 ਬਿੰਦੂਆਂ ਦੇ ਉੱਤੇ ਕੰਮ ਕਰਨ ਵਾਸਤੇ ਕਿਹਾ ਗਿਆ ਸੀ, ਭੋਜਨ ਵਿਵਸਥਾ, ਆਵਾਸ ਵਿਵਸਥਾ ਤੇ ਰਿਜ਼ਰਵ ਕੋਟਾ। ਵਿਵਸਥਾ ਦੇ ਵਿੱਚ ਸਾਡੇ ਕੋਲ 35 ਬੰਦੇ ਮੰਗੇ ਗਏ ਸੀ ਤੇ ਭੋਜਨ ਵਿਵਸਥਾ ਦੇ ਵਿੱਚ ਸਾਡੇ 30 ਬੰਦੇ ਲੱਗਣੇ ਸੀ। ਕਈਆਂ ਸੰਗਠਨਾਂ ਨੇ ਇਤਰਾਜ਼ ਜਤਾਇਆ ਵੀ ਸਾਰਾ ਕੰਮ ਇਹਨਾਂ ਨੂੰ ਹੀ ਦੇ ਦਿਓ, ਫਿਰ ਵੀ ਇਹੀ ਸੇਵਾ ਕਿੱਥੇ ਕਰਨੀ ਹੈ। ਫਿਰ ਪਿਛਲੀ ਬੈਠਕ ਦੇ ਵਿੱਚ ਉਹਨਾਂ ਨੇ ਤੈਅ ਕੀਤਾ ਭੋਜਨ ਬਣਾਉਣ ਦੀ ਵਿਵਸਥਾ ਠੰਡਾ ਨਾ ਲੋਕਾਂ ਨੂੰ ਮਿਲੇ, ਇਹ ਸੀਨੀਅਰ ਲੋਕ ਦੇਖਣਗੇ, ਇਹ ਸੀਨੀਅਰ ਲੋਕ ਦੇਖਣਗੇ। ਜਿਸ ਤਰ੍ਹਾਂ ਆਪਾਂ ਵਿਆਹਾਂ ਸ਼ਾਦੀਆਂ ਦੇ ਉੱਤੇ ਬਜ਼ੁਰਗ ਨੂੰ ਬਾਹਰ, ਹਾਂ ਬਿਲਕੁਲ ਬਿਲਕੁਲ ਠੀਕ ਹੈ। ਤੇ ਤੁਹਾਡੀ ਮੈਂ ਗੱਲ ਵਧਾਉਣ ਲੱਗਾ, ਜਿਹੜੇ ਸਾਡੇ ਚੋਪੜਾ ਜੀ ਹੈ ਨਾ, ਇਹਨਾਂ ਨਾਲ ਦਾ ਇਸ ਚੀਜ਼ ਨੂੰ ਵੇਖਣਾ ਪਤਾ ਕੋਈ ਨਹੀਂ ਜੇ। ਲੰਗਰ ਸਾਡੇ ਇੰਚਾਰਜ ਆਹੀ ਹੁੰਦੇ ਜੇ। ਠੀਕ ਹੈ, ਲੰਗਰ ਦਾ ਵੇਖਣਾ, ਹਲਵਾਈਆਂ ਨੂੰ ਵੇਖਣਾ, ਉੱਥੇ ਬੰਦੇ ਸਾਡੇ ਪ੍ਰੋਗਰਾਮ ਹੁੰਦੇ ਨੇ, ਸਾਡੇ ਬੰਦੇ ਦੇ ਪ੍ਰੋਗਰਾਮ 2-2.5 ਬੰਦਿਆਂ ਪ੍ਰੋਗਰਾਮ ਪਜਾਮਾ ਗਿੱਲਾ ਹੋ ਜਾਏ ਤੇ ਭਾਵੇਂ ਇਹ ਜਿਹਨਾਂ ਨੇ ਨਹੀਂ ਪਿੱਛੇ ਮੁੜ ਕੇ ਵੇਖਣਾ ਕਿ ਇਹਨਾਂ ਨੇ ਵੇਖਣਾ ਨਹੀਂ ਵਿਵਸਥਾ ਦੀ ਕਮੀ ਨਾ ਰਹੀ। ਮੈਂ ਨਹਾਤਾ ਵਾਂ ਕਿ ਨਹੀਂ ਨਹਾਤਾ, ਬਹੁਤ ਵਧੀਆ ਗੱਲ ਹੈ। ਪ੍ਰਾਈਵੇਟ ਖਾ ਲਿਆ। ਚੋਪੜਾ ਜੀ ਵਰਗੇ ਵਿਅਕਤੀ ਜਿਸ ਸੰਗਠਨ ਨਾਲ ਜੁੜ ਜਾਣ, ਉਸ ਸੰਗਠਨ ਦੀ ਮੈਂ ਸਮਝਣਾ ਖੁਦਕਿਸਮਤੀ ਹੈ ਵੀ ਉਹਦੇ ਕਾਰਿਆਕਰਤਾ ਨੂੰ ਕੁਝ ਸਿੱਖਣ ਲਈ ਇਹਨਾਂ ਕੋਲੋਂ ਮਿਲੇਗਾ। ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜੇ ਵੱਡੇ ਕਾਰਿਕਰਮ ਹੁੰਦੇ ਆ ਇੱਥੋਂ ਕਾਰਿਆਕਰਤਾ ਬਹੁਤ ਕੁਝ ਸਿੱਖਦਾ। ਜਦੋਂ ਹੁਣ ਤੁਸੀਂ ਇਹ 5-7 ਹਜ਼ਾਰ ਦਾ 10 ਹਜ਼ਾਰ ਦੇ ਲੋਕਾਂ ਦਾ ਕਾਰਿਕਰਮ ਨਿਪਟਾਤਾ, ਗੱਲ ਹੀ ਕੋਈ ਨਹੀਂ ਹੈਗੀ। ਤੇ ਜਿਨ੍ਹਾਂ ਬੰਦਿਆਂ ਨੇ 5-5 ਲੱਖ ਦੇ ਕਾਰਿਕਰਮ ਕੀਤੇ ਹੁੰਦੇ ਆ ਕਰਦੇ ਸਾਰੇ ਸਾਲ 'ਚ,
ਹੋਰ ਕੋਈ ਰੈਲੀ ਨਹੀਂ ਕਰਦੇ। ਸਾਨੂੰ ਮੌਕਾ ਲੱਗ ਗਿਆ ਉੱਥੇ ਜਾਣ ਦਾ। ਮੇਰੇ ਨਾਲ ਇੱਕ ਬਜ਼ੁਰਗ ਸੀ ਤੇ 7 ਮੁੰਡੇ ਸੀ। ਅਸੀਂ ਆਪ ਵੀ ਉਸ ਵੇਲੇ 86 ਗਏ। 8 ਦਿਨ ਦਾ ਪ੍ਰੋਗਰਾਮ ਸੀ। ਮੇਅਰ ਹੋ ਚੁਣਾ ਨੇ ਸਾਨੂੰ ਠਹਿਰਾਇਆ, ਗਾਇਬ ਹੋ ਜਾਣਗੇ। ਇੱਕ ਵਿਅਕਤੀ ਕਹਿਣ ਲੱਗਾ ਇਸ ਤਰ੍ਹਾਂ ਕਰੋ, ਤੁਸੀਂ ਸਾਰੇ ਮਹਾਰਾਸ਼ਟਰ 'ਚ ਨਜ਼ਰ ਆਓਗੇ। ਅੱਗੇ ਤਾਂ ਭੀੜ 'ਚ ਹੈਗੀ ਹੈ, ਇੱਥੇ ਹੀ ਨਹੀਂ ਦਿਸਣਾ ਤੇ ਮਹਾਰਾਸ਼ਟਰ 'ਚ ਕਿੱਥੋਂ ਦਿਸਣਾ? ਇਹ ਨਹੀਂ ਨਜ਼ਰ ਆਓਗੇ। ਕਿਸ ਤਰ੍ਹਾਂ? ਕਹਿੰਦਾ ਸਵੇਰੇ ਦੱਸਾਂਗਾ। ਬਜ਼ੁਰਗ ਸੀ, ਦੀਵਾਨ ਚੰਦ ਤੂਫਾਨ ਲੁਧਿਆਣੇ ਤੋਂ। ਕਹਿੰਦੇ ਇਸ ਤਰ੍ਹਾਂ ਕਰੋ, 52 ਮੀਟਰ ਦਾ ਘਰ ਬਣਾ ਲਓ। ਕਿੰਨਾ ਲੰਮਾ ਚੌੜਾ? ਹਾਂ, ਐਡਾ ਮੋਟਾ ਬਣਾਉਣਾ। ਜਦੋਂ ਉੱਥੇ ਰੈਲੀ ਹੋਵੇ ਤੇ ਨਤੀਜੀ ਦੇ ਗੱਲ 'ਚ ਪਾਣਾ ਤੇ ਜਿੰਨੇ ਐਮਐਲਏ ਐਮਪੀ ਹੋਣਗੇ, ਹਾਰ ਤੁਹਾਡੇ ਕੋਲੋਂ ਤੇ ਚੁੱਕਿਆ ਨਹੀਂ ਜਾਣਾ ਕਿਉਂਕਿ 52 ਮੀਟਰ ਦਾ। ਉੱਠਣਗੇ ਨਾ ਸਾਡੇ ਖੁਰਦੁੰਮ ਜਿਹਾ ਮਚੇਗਾ ਵੀ ਪੈਰਾਂ ਨੂੰ ਨਾ ਲੱਗ ਜਾਏ, ਹੱਥਾਂ ਚੁੱਕ ਲਓ। ਉਹ ਕੁਰਸੀਆਂ ਦੇ ਤੇ ਕੈਮਰੇ ਉਸੇ ਵੇਲੇ ਕਲਿੱਕ ਹੋਣਗੇ। ਇਹ ਕੀ ਹੈ? ਉਹ ਜਦੋਂ ਤਿਉਹਾਰ ਪਿਆ, ਉਹ ਮੇਨ ਫੋਟੋ ਬਣ ਗਿਆ ਸਾਰੇ ਅਖਬਾਰਾਂ ਦੀ। ਆਪੇ ਆਵਾਜ਼ ਆ ਗਈ। ਇਸ ਕਰਕੇ ਜਿਸ ਤਰ੍ਹਾਂ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਚੋਪੜਾ ਜੀ ਦੀ, ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਈ ਐਕਸਪੀਰੀਅੰਸ ਹੈ, ਅਲੱਗ-ਅਲੱਗ ਕਿਸਮ ਦੇ। ਮੰਨ ਲਓ ਲੰਗਰ ਦੇ ਮਾਮਲੇ 'ਚ ਹੋ ਸਕਦਾ ਜ਼ਿਆਦਾ ਐਕਸਪੀਰੀਅੰਸ ਹੋਵੇ, ਕੰਮ ਦੇ ਵਿੱਚ ਤਾਂ ਐਕਸਪੀਰੀਅੰਸ ਹਰ ਵਿਅਕਤੀ ਨੂੰ ਆਪਣੇ ਕੰਮ ਦਾ ਹੁੰਦਾ ਹੀ। ਦੇ ਵਿੱਚੋਂ ਹਰ ਕਾਰਿਆਕਰਤਾ ਨੇ ਕੁਛ ਨਾ ਕੁਛ ਸਿੱਖਣਾ ਆਪਣਿਆਂ ਨੇ। ਇੱਥੋਂ ਸਿੱਖਣ ਦਾ ਜਿਹੜਾ ਤੁਹਾਨੂੰ ਮੌਕਾ ਮਿਲਣਾ ਹੈ, ਉਦੋਂ ਜਦੋਂ ਸੀਨੀਅਰ ਸਿਟੀਜ਼ਨ ਨੇ ਅੱਗੋਂ ਵੱਡੇ ਪ੍ਰੋਗਰਾਮ ਕਰਨੇ ਹੈ, ਉਹਦੇ ਵਿੱਚ ਫਿਰ ਤੁਹਾਨੂੰ ਕਠਿਨਾਈ ਨਹੀਂ ਆਏਗੀ। ਜੇ ਆਪਾਂ ਇੱਥੋਂ ਕੁਝ ਸਿੱਖ ਨਾ ਸਕੇ ਤਾਂ ਇਸ ਤੋਂ ਇਲਾਵਾ ਆਪਾਂ ਕਿਸੇ ਵਿਵਸਥਾ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ। ਸਾਰੇ ਲੋਕ ਸਮਝ ਲਓ, ਕਿਉਂ ਦਖਲਅੰਦਾਜ਼ੀ ਕਰਨੀ ਨਹੀਂ, ਬੋਲਣਾ ਹੀ ਨਹੀਂ। ਉੱਥੇ ਇਹਨਾਂ ਦੀ ਚੰਮਾ ਰੱਖਣ ਦੀ ਡਿਊਟੀ ਹੈ, ਉਹ ਦੇਖਣ ਘੱਟ ਹੈ ਵੱਧ ਹੈ। ਜਿਸ ਤਰ੍ਹਾਂ ਹੁਣ ਮੈਨੂੰ ਸ਼ੰਕਾ ਹੋ ਰਹੀ ਸੀ ਪਰਸੋਂ ਦੀ ਹਲਵਾਈ ਦੇ ਮਾਮਲੇ 'ਚ ਕਿ 15,000 ਫੁਲਕਾ ਇੱਕ ਟਾਈਮ ਚਾਹੀਦਾ। ਜੇ 5,000 ਬੰਦਾ ਹੋਵੇ ਤਾਂ 3 ਫੁਲਕੇ ਇੱਕ ਬੰਦੇ ਦੇ ਲਾ ਲਓ ਤਾਂ 15,000 ਫੁਲਕਾ ਚਾਹੀਦਾ। ਜਨਾਨੀਆਂ ਲੱਗੀਆਂ 4, ਉਹ ਮੈਂ ਭਾਈ ਇਹਨੂੰ 100 ਕਰ ਲਓ। ਇਹ 4 ਜਨਾਨੀਆਂ ਨਾਲ ਤਾਂ ਨਹੀਂ ਪੂਰਾ ਹੋਣਾ ਕੰਮ, ਵਧਾ ਲਾਂਗੇ ਜੀ। ਮੈਂ ਕਿਹਾ 4 ਦੀਆਂ ਕਿੰਨੀਆਂ ਕਰੋਗੇ? ਕਹਿੰਦੇ 40। ਮੈਂ ਫਿਰ ਵੀ ਨਹੀਂ ਇਹ ਪੂਰਾ ਹੋਣਾ। 100 ਜਨਾਨੀ ਚਾਹੀਦੀ ਹੈ, 15,000 ਫੁਲਕਾ ਸਵੇਰੇ ਤੇ 15,000 ਸ਼ਾਮ ਨੂੰ। 150 ਫੁਲਕਾ ਪਰ ਲੇਡੀ ਦਾ ਆ ਗਿਆ ਨਾ। ਸਿੱਧਾ ਗੱਲ ਹੈ, ਜੇ 10 ਫੁਲਕੇ ਕਿਲੋ 'ਚ ਬਣਨ ਜਾਂ 15 ਬਣਨ, ਉਹ ਦੇਖਣਾ। ਇਹ ਪਹਿਲੀ ਤਰੀਕ ਤੋਂ ਕੜਛੀਆਂ ਘੱਟ ਸੀ। ਹਲਵਾਈ ਇਹੋ ਗੱਲ ਸੀ ਨਾ ਗੁੱਤਾ ਜੀ। ਹਾਂ, ਇੱਕ ਖੁਰਪੀ ਦੇਤੀ ਅਚਾਰ ਪਲੇਟਾਂ 'ਚ ਪਾਉਣਾ ਉੱਤੇ। ਮੈਂ ਯਾਰ 4 ਕੜਛੀਆਂ ਨਵੀਆਂ ਮੰਗਾ ਲਓ। ਹੁਣ ਉਹ ਇਹ ਐਡਵਾਂਸ ਹੈ ਜਿਹੜਾ, ਇਹ ਕੰਮ ਸਾਡੇ ਨੋਟਿਸ 'ਚ ਨਹੀਂ ਸੀ। ਮੈਂ ਕਿਹਾ ਕੋਈ ਨਹੀਂ, ਤੁਹਾਨੂੰ 4 ਕੜੀ ਕਰਨ ਵਾਲੇ ਬਹੁਤ ਲੋਕ ਹੁੰਦੇ ਆ। ਉਹਦਾ ਮਤਲਬ ਸੀ ਵੀ ਸਾਡੇ ਕੰਮ 'ਚ ਦਖਲਅੰਦਾਜ਼ੀ ਨਾ ਕਰੋ, ਅਸੀਂ ਦੇਖਾਂਗੇ। ਇਸ ਕਰਕੇ ਆਪਾਂ ਸਾਰਿਆਂ ਨੇ ਕੀ ਕਰਨਾ ਹੈ, ਕਿਸੇ ਵੀ ਕਮੇਟੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ। ਤੁਹਾਨੂੰ ਕੋਈ ਵਿਅਕਤੀ ਬਾਹਰੋਂ ਆਇਆ ਪੁੱਛਦਾ ਹੈ, ਕਾਰਿਆਲਿਆ ਸਾਹਮਣੇ ਖੁੱਲ੍ਹ ਗਿਆ, ਉਹਨਾਂ ਨੂੰ ਕਹਿੰਦੇ ਜੀ ਕਾਰਿਆਲਿਆ 'ਚੋਂ ਪਤਾ ਕਰੋ। ਜਿਸ ਵਿਵਸਥਾ ਕਮੇਟੀ ਦੀ ਡਿਊਟੀ ਹੋਏਗੀ ਉਹਨੂੰ ਦੱਸਣਗੇ ਨਾ ਵੀ ਇਹਨੂੰ ਫੋਨ ਕਰ। ਸਾਡੇ ਕੋਲ ਸਵੇਰੇ 8-6 ਤੋਂ ਹਾਂ ਚੁੱਲ੍ਹੇ, ਉਹ ਸਾਰੇ ਇਲੈਕਟ੍ਰਿਕ ਲਾਏ ਤਾਂ ਕਿ ਉਹ ਠੰਡੇ ਦਾ ਚੱਕਰ ਘੱਟ ਰਵੇ। ਕਿਸੇ ਲਈ ਲਾਈਟ ਹੀ ਚਲੀ ਜਾਂਦੀ ਹੈ, ਫਿਰ ਤਾਂ ਹਲਵਾਈਆਂ ਕੋਲ ਹੀ ਗਰਮ ਕਰਵਾ ਕੇ ਭੇਜਣਾ ਪਏਗਾ ਨਾ। ਮੌਸਮ ਦਾ ਬਦਲਾਅ ਆ ਗਿਆ। ਮੌਸਮ ਵੀ ਬਦਲਾਅ। ਕਿਸੇ ਵੀ ਵਿਅਕਤੀ ਨੇ ਆਪਣੀ ਡਿਊਟੀ ਨੂੰ ਛੱਡ ਕੇ ਦੂਜੀ ਡਿਊਟੀ 'ਚ ਨਹੀਂ ਵੜਨਾ। ਮੰਨ ਲਓ ਗੇਟ ਤੇ ਡਿਊਟੀ ਲੱਗੀ ਹੈ 4 ਬੰਦਿਆਂ ਦੀ, ਉਹ ਕਹਿੰਦੇ ਚੰਡੀਗੜ੍ਹ ਤੋਂ ਬਗੈਰ ਐਂਟਰੀ ਬੰਦ ਹੈ। ਤੁਹਾਡਾ ਕੋਈ ਭਤੀਜਾ, ਕੋਈ ਭਰਾ, ਕੋਈ ਦੂਜਾ ਤੀਜਾ ਆ ਗਿਆ, ਉਹਨੇ ਤੁਹਾਨੂੰ ਫੋਨ ਕੀਤਾ, ਇਹ ਮੈਨੂੰ ਲੰਘਣ ਨਹੀਂ ਦਿੰਦਾ, ਤੁਸੀਂ ਨਹੀਂ ਉਹਨਾਂ ਨੂੰ ਜਾ ਕੇ ਕਹਿਣਾ ਇਹਨੂੰ ਲੰਘਣ ਦਿਓ। ਉਹਨੂੰ ਕਹਿੰਦਾ ਭਾਈ ਨਹੀਂ ਐਂਟਰੀ ਨਹੀਂ ਹੈਗੀ, ਹੱਥ ਜੋੜ ਕੇ ਉਹਨੂੰ ਮਨਾ ਕਰਨਾ। ਪ੍ਰੈਸਟੀ ਇਸ਼ੂ ਨਹੀਂ ਬਣਾ ਲੈਣਾ ਵੀ ਮੈਂ ਦੇਖਣਾ ਕਿਸ ਤਰ੍ਹਾਂ ਨਹੀਂ ਲੰਘਣ ਦਿੰਦਾ, ਅਸੀਂ 15 ਦਿਨਾਂ ਤੋਂ ਉੱਥੇ ਮਰਨ ਦੇ ਹੈ, ਸਾਡੇ ਨਹੀਂ ਆਖੇ ਲੱਗਦੇ ਨਾ। ਕਿਉਂਕਿ ਉਹ ਜਿਹੜੀ ਬੰਦੇ ਵਿਵਸਥਾ ਦੇ ਖਲੋਤੇ ਹੈ, ਜੇ ਇੱਥੇ ਪਬਲਿਕ ਦੀ ਐਂਟਰੀ ਹੋ ਜਾਏਗੀ ਤੇ ਫਿਰ ਤੇ 4,000 ਨਹੀਂ 40,000 ਦਾ ਰਾਸ਼ਨ ਚਾਹੀਦਾ ਰੋਜ਼ ਦਾ। ਵਿਵਸਥਾ 'ਚ ਗੜਬੜ ਹੋ ਜਾਏਗੀ ਨਾ। ਇਸ ਕਰਕੇ ਕਿਤੇ ਵੀ ਆਪਣੀ ਖੁਦ ਮੁਖਤਿਆਰੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨੀ। ਜਦੋਂ ਆਪਾਂ ਸਮਝਾਵਾਂਗੇ, ਹੱਥ ਜੋੜਾਂਗੇ
ਤੇ ਕੋਈ ਕਾਰਨ ਨਹੀਂ ਹੈਗਾ ਕਿ ਬਦੋ ਬਦੀ ਬੰਦਾ ਸਾਨੂੰ। ਮਿੰਟ ਲੇਟ ਆਉਣਾ, ਗੱਡੀ ਆਈ ਲੇਟ। ਹੁਣੇ ਆਇਆ। ਚਲੋ ਬੈਠੋ ਜੀ, ਆ ਕੁਰਸੀ ਲਓ। ਸਾਰਿਆਂ ਨੂੰ ਨਮਸਕਾਰ ਜੀ। इस वक्त जो ਬੈਠੋ ਬੈਠੋ ਪ੍ਰਧਾਨ ਜੀ। सीनियर सिटीजन सेल के ਇਸ ਕਰਕੇ ਇਹ ਸਾਡੇ ਪ੍ਰਧਾਨ ਹੈ ਜੀ आए हैं, थोड़ा ਸੀਨੀਅਰ ਸਿਟੀਜ਼ਨ ਸੈੱਲ ਦੇ ਯਸ਼ਪਾਲ ਜੀ ਸ਼ੋਰੀ। ਇਹਨਾਂ ਦਾ ਹੀ ਪ੍ਰਤਾਪ ਹੈ ਵੀ ਅੱਜ ਆਪਾਂ ਇਕੱਠੇ ਬੈਠੇ ਹੋਏ ਹਾਂ। ਇਹ ਕਰਕੇ ਜਿੱਧਰ ਨੂੰ ਤੋਰ ਦਿੰਦੇ ਹਾਂ ਅਸੀਂ ਤੁਰੇ ਰਹਿੰਦੇ ਹਾਂ। ਸੋ ਇਹਨਾਂ ਦਾ ਸਵਾਗਤ ਹੈ। ਕਿਸੇ ਕਾਰਨ ਕਹਿੰਦੇ ਮੈਂ 40 ਮਿੰਟ ਲੇਟ ਹੋ ਗਿਆ। ਚਲੋ ਘਰੇਲੂ ਕੰਮ ਵੀ ਆਪਾਂ ਹੀ ਕਰਨੇ ਕਿ ਹੋਰ ਨੇ ਨਹੀਂ ਕਰਨੇ। ਇਹਦੇ ਵਿੱਚ ਕਿਸੇ ਵਿਅਕਤੀ ਨੇ ਦੁਬਾਰਾ ਫਿਰ ਗੱਲ ਸਮਝ ਲਓ, ਇਹ ਲੰਬਾ ਕਿਸੇ ਵਿਅਕਤੀ ਦਾ ਨਹੀਂ ਆਉਣਾ ਚਾਹੀਦਾ ਵੀ ਮੇਰੀ ਗੱਲ ਨੂੰ ਇਗਨੋਰ ਕੀਤਾ ਗਿਆ, ਕਿਉਂਕਿ ਜਿਹੜੀ ਵਿਵਸਥਾ ਬਣ ਇਸ ਕਰਕੇ ਉਹ ਕੱਲ ਨੂੰ ਕਵੇ ਮੈਂ ਤੇ ਕਿਹਾ ਸੀ ਇਹਨਾਂ ਨੂੰ ਵੀ ਇੱਥੇ ਗਈਆਂ ਬਾਹਰ ਕੱਢਣ ਵਾਸਤੇ 2 ਬੰਦੇ ਰੱਖ ਲਓ ਪਰਮਾਨੈਂਟ, ਆ ਗਈਆਂ ਅੰਦਰ ਤੁਰੀਆਂ ਫਿਰਦੀਆਂ ਲੈਣਾ ਨੇ ਤੇ ਮੇਰੀ ਗੱਲ ਹੀ ਨਹੀਂ ਮੰਨੀ। ਗਈ ਜੇ ਆ ਗਈ ਅੰਦਰ ਆਪ ਉਹਨੂੰ ਬਾਹਰ ਲੈ ਜਾਓ, ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ। ਨਲਾਇਕੀ ਨਹੀਂ ਸ਼ੋਅ ਕਰਨੀ ਵੀ ਇਹਨਾਂ ਨੇ ਮੇਰੀ ਗੱਲ ਨਹੀਂ ਸੀ ਮੰਨੀ। ਮੌਕੇ ਦੇ ਉੱਤੇ ਕਿਸੇ ਨੇ ਕੋਈ ਵਿਵਸਥਾ ਦੇ ਵਿੱਚ ਪਰਿਵਰਤਨ ਨਹੀਂ ਕਰਨਾ। ਜੇ ਪਰਿਵਰਤਨ ਕਰਨਗੇ ਤੇ ਗੜਬੜ ਹੋ ਜਾਏਗੀ। ਇਸ ਕਰਕੇ ਡਿਊਟੀ ਆਪਣੀ ਪਹਿਲੇ ਨਹੀਂ ਛੱਡਣੀ। ਮੰਨ ਲਓ ਜੇ ਕਿਸੇ ਦੀ ਡਿਊਟੀ 12 ਤੋਂ 4 ਲੱਗੀ ਹੈ, ਉਹ ਕੋਸ਼ਿਸ਼ ਕਰੇ ਮੈਂ 4:15 ਹੀ ਜਾਵਾਂਗਾ। ਦੂਜੀ ਟੀਮ ਆ ਜਾਏਗੀ ਤੇ ਮੈਂ ਜਾਵਾਂਗਾ। ਇਹ ਨਹੀਂ ਕਰਨਾ ਵੀ ਨਹੀਂ ਵੀ ਪੌਣੀ ਜਾ ਚੱਲ ਹੁਣ ਮੈਂ ਰੋਟੀ ਖਾ ਲਤੀ ਹੈ 3:15 ਵਜੇ ਮੈਂ ਚੱਲਣਾ, ਕਿਉਂਕਿ ਇਹ ਕੋਈ ਮੇਲਾ ਨਹੀਂ ਹੈਗਾ। ਇਹ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਦਾ ਵਿਸ਼ਾ ਹੈ, ਅੰਮ੍ਰਿਤਸਰ ਦੀ ਆਨ ਔਰ ਸ਼ਾਨ ਦਾ ਵਿਸ਼ਾ ਹੈ। ਸੀਨੀਅਰ ਸਿਟੀਜ਼ਨ ਦੇ ਲੋਕਾਂ ਦਾ ਜਿਹੜਾ ਸੰਗਠਨ ਹੈ, ਸੀਨੀਅਰ ਆਪਣੇ ਲੋਕਾਂ ਦਾ ਸਾਰਿਆਂ ਦਾ ਜਿਹੜਾ ਸੰਗਠਨ ਹੈ, ਇਹਦੀ ਇੱਜ਼ਤ ਦਾਅ 'ਤੇ ਹੈ। ਕਿਉਂਕਿ ਜਿਹੜਾ ਤੁਸੀਂ ਮੰਗ ਪੱਤਰ ਦੇਣਾ ਹੈ ਗਵਰਨਰ ਸਾਹਿਬ ਨੂੰ, ਚੀਫ ਮਿਨਿਸਟਰ ਨੂੰ ਤੇ ਸੈਂਟਰ ਦੇ ਮਿਨਿਸਟਰ ਨੂੰ, ਉਹਦੇ ਵਿੱਚ ਮੈਸੇਜ ਬੜਾ ਵਧੀਆ ਨਿਕਲਣਾ ਚਾਹੀਦਾ ਵੀ ਸੀਨੀਅਰ ਸਿਟੀਜ਼ਨ ਦਾ ਇਸ ਕਾਰਿਕ੍ਰਮ ਦੇ ਵਿੱਚ ਜਿਹੜਾ ਸਹਿਯੋਗ ਹੈ, ਸਾਰੇ ਲੋਕ ਇਹ ਮਹਿਸੂਸ ਕਰਨ ਵੀ 50% ਇਹਨਾਂ ਦਾ ਸਹਿਯੋਗ ਹੈ। ਇਹ ਬਜ਼ੁਰਗ ਜ਼ਰੂਰ ਹੈ, ਇਹ ਬਜ਼ੁਰਗ ਜ਼ਰੂਰ ਹੈ, ਲੇਕਿਨ ਨਿਰਾਸ਼ਾਵਾਦੀ ਨਹੀਂ ਹੈਗੇ, ਆਸ਼ਾਵਾਦੀ ਲੋਕ ਹੈ। ਸਮਾਜ ਲਈ ਕੁਝ ਕਰਨਾ ਚਾਹੁੰਦੇ ਹੈ ਔਰ ਇੱਥੋਂ ਹੀ ਦਿਖਣਾ ਹੈ ਸਾਰੇ ਸਮਾਜ ਨੂੰ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਸਮਾਜ ਵਾਸਤੇ। ਸਰਕਾਰ ਭਾਰਤੀ ਨੇ ਨੌਜਵਾਨਾਂ ਲਈ ਵਰਕ ਕਰਨਾ, ਸਾਡੇ ਪੋਤਰੇ ਪੋਤਰੀਆਂ ਲਈ ਕੰਮ ਕਰਨਾ, ਉਹਨਾਂ ਦੀਆਂ ਯੋਜਨਾ ਉਹਨਾਂ ਨੇ ਦੱਸਣੀਆਂ। ਅਸੀਂ ਸੀਨੀਅਰ ਸਿਟੀਜ਼ਨ ਲਈ ਦਵਾਈ ਦੇਣੀ ਹੈ ਵੀ ਭਾਈ ਇਹ ਯੋਜਨਾ ਹੋਰ ਵਧੀਆ ਢੰਗ ਨਾਲ ਬਣਾਈਆਂ ਜਾਣ। ਭਾਵੇਂ ਉਹ ਸਰਕਾਰੀ ਮੁਲਾਜ਼ਮਾਂ ਦੀ ਕੋਈ ਮੰਗ ਹੋਵੇ, 1-2 ਪੈਨਸ਼ਨ ਲੇਟ ਆ ਜਾਂ ਡੀਏ ਨਹੀਂ ਮਿਲਿਆ, ਉਹ ਵੀ ਵਿੱਚ ਪੰਜਾਬ ਸਰਕਾਰ ਨੂੰ ਲਿਖਿਆ ਜਾ ਰਿਹਾ। ਵਿੱਚ ਜਿਹੜਾ ਮੈਮੋਰੰਡਮ ਤਿਆਰ ਕੀਤਾ ਹੈ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਜਾ ਰਹੀਆਂ, ਕਿਉਂਕਿ ਸੀਨੀਅਰ ਸਿਟੀਜ਼ਨ ਦਾ ਕੁਝ ਹਿੱਸਾ ਮੁਲਾਜ਼ਮਾਂ ਦੇ ਨਾਲ ਵੀ ਜੁੜਿਆ ਹੈ। ਵਪਾਰੀ ਵਰਗ ਨਾਲ ਤਾਂ ਹੈਗਾ ਹੀ ਹੈ। ਹਾਲੇ ਕਿ ਮੁਲਾਜ਼ਮਾਂ ਦੀ ਲੜਾਈ ਲੜਨ ਵਾਸਤੇ ਇੰਡੀਆ ਦੇ ਵਿੱਚ 2 ਕਰੋੜ ਲੋਕ ਹੈ ਲੜਾਈ ਲੜਦੇ ਪਏ। ਫਿਰ ਵੀ ਇਹੀ ਸਮਝਦੇ ਹੈ ਵੀ ਉਸ 2 ਕਰੋੜ ਲਈ ਸਾਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਇਸ ਕਰਕੇ ਉਹ ਮੰਗ ਪੱਤਰ ਦੇ ਵਿੱਚ ਇਹਨਾਂ ਦੀਆਂ 1-2 ਡਿਮਾਂਡਾਂ ਪਾਈਆਂ ਗਈਆਂ। ਇਹ ਪੰਕਜ ਜੀ ਨੌਜਵਾਨ ਸਾਥੀ ਹੈ ਸਾਡੇ, ਇਹ ਸੀਨੀਅਰ ਸਿਟੀਜ਼ਨ ਨਹੀਂ ਹੈਗੇ। ਸਵਿਤਾ ਮੈਡਮ ਹੈ, ਸ਼ੈਲੀ ਮੈਡਮ, ਇਹ ਸੀਨੀਅਰ ਸਿਟੀਜ਼ਨ ਨਹੀਂ ਹੈਗੇ। ਆਪਣਾ ਸਾਡੇ ਆਈਡੀ ਸੈੱਲ ਦੇ ਕੰਮ ਦੇਖਦੇ ਨੇ ਪ੍ਰਦੀਪ ਜੀ, ਇਹ ਵੀ ਸੀਨੀਅਰ ਸਿਟੀਜ਼ਨ ਨਹੀਂ ਹੈਗੇ। ਲੇਕਿਨ ਕਾਰਿਕ੍ਰਮ ਦੀ ਵਿਸ਼ਾਲਤਾ ਨੂੰ ਦੇਖਦੇ ਹਾਂ ਤੇ ਆਉਣ ਵਾਲੇ ਕਾਰਿਕ੍ਰਮਾਂ ਨੂੰ ਮੁੱਖ ਰੱਖਦੇ ਹਾਂ ਕੁਝ ਨੌਜਵਾਨਾਂ ਦੀ ਵੀ ਸਾਨੂੰ ਜ਼ਰੂਰਤ ਹੈ। ਇਸ ਕਰਕੇ ਇਹਨਾਂ ਨੂੰ ਸਪੈਸ਼ਲ ਇਨਵਾਈਟੀ ਪਾ ਕੇ ਵਿਵਸਥਾ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਉਹ ਪਿੰਕੀ ਭੈਣ ਜੀ ਮਗਰ ਬੈਠੀ ਹੈ, ਉਹ ਨਾਲ ਉਹਨਾਂ ਦੇ ਹਾਂ ਪ੍ਰਦੀਪ ਦਾ ਦੱਸਤਾ ਜੀ, ਦੱਸਤਾ ਹਾਂ ਕਰੋ। ਹੁਣੇ ਹੈ ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਏਗੀ, ਇਸ ਐਤਵਾਰ ਨੂੰ 1 ਦਸੰਬਰ ਨੂੰ ਸੀਨੀਅਰ ਸਿਟੀਜ਼ਨ ਦਾ ਸੰਮੇਲਨ ਅੰਮ੍ਰਿਤਸਰ 'ਚ ਰੱਖਿਆ ਗਿਆ ਸੀ। ਹਨੂੰਮਾਨ ਸਾਹਿਬ ਮਜੀਠਾ ਰੋਡ ਤੇ ਪ੍ਰਧਾਨ ਜੀ ਦੀ ਪ੍ਰਧਾਨਗੀ ਥੱਲੇ ਉਹ ਹੋਇਆ, ਯਸ਼ਪਾਲ ਜੀ ਸ਼ੋਰੀ ਜੀ ਦੀ। ਤੁਹਾਨੂੰ ਖੁਸ਼ੀ ਹੋਏਗੀ 2 ਘੰਟਿਆਂ 'ਚ 85 ਮੈਂਬਰ ਬਣੇ। ਕਿਆ ਬਾਤ, 2 ਘੰਟਿਆਂ 'ਚ 85 ਮੈਂਬਰ ਬਣੇ। ਵਾਸਦੇਵ ਜੀ ਵੀ ਉੱਥੇ ਹੀ ਸੀ ਤੇ ਅਮਰਜੀਤ ਸਿੰਘ ਹੁਣੀ ਉੱਥੇ ਸੀ, ਆਪਣਾ ਠਾਕਰ ਜੀ
ਸਾਡੇ ਗਿਆਨ ਸਿੰਘ ਜੀ ਠਾਕਰ ਇਹ ਵਾਰਡ ਪ੍ਰਮੁੱਖ ਨੇ 31 ਨੰਬਰ ਵਾਰਡ ਦੇ ਵਾਰਡ ਪ੍ਰਮੁੱਖ ਨੇ, ਇਹ ਵੀ ਉੱਥੇ ਸੀ ਉਸ ਮਿਲਣ ਦੇ ਵਿੱਚ। ਤੇ ਉਹ ਇਹ ਜਿਹੜੀ ਨੌਜਵਾਨ ਸ਼ਕਤੀ ਹੈ, ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ 85 ਮੈਂਬਰ ਬਣੇ, ਮੈਨੂੰ ਪਰਸੋਂ ਦੇ ਕਹੀ ਜਾਂਦੇ ਆ ਰਿਕਾਰਡ ਅਸੀਂ ਤੋੜਨਾ। ਇਹ ਜਿਹੜੀ ਨੌਜਵਾਨ ਸ਼ਕਤੀ ਬੈਠੀ ਹੈ, ਕਹਿੰਦੇ ਰਿਕਾਰਡ ਅਸੀਂ ਤੋੜਨਾ। ਮੈਂ ਕਿਹਾ ਚੰਗੀ ਗੱਲ ਹੈ। ਕਹਿੰਦੇ ਇੱਕੋ ਜਗ੍ਹਾ ਦੇ ਉੱਤੇ 300 ਮੈਂਬਰ ਬਣਾਵਾਂਗੇ 2 ਘੰਟੇ। ਵੈਰੀ ਗੁੱਡ। ਇਹ ਪ੍ਰਦੀਪ ਜੀ ਵੀ ਮੈਨੂੰ ਕਹਿ ਰਹੇ ਸੀ ਤੇ ਪੰਕਜ ਜੀ ਵੀ, ਕੱਲ ਦੀ ਗੱਲ। ਹੁਣ ਜਿਹੜਾ ਵੱਡਾ ਪ੍ਰੋਗਰਾਮ ਆਣਾ 9 ਤਰੀਕ ਤੋਂ ਬਾਅਦ, ਉਹ ਛਿਆਟਾ ਮੰਡਲ ਨੇ ਸੀਨੀਅਰ ਸਿਟੀਜ਼ਨ ਦਾ ਮਹਾਂ ਸੰਮੇਲਨ ਕਰਵਾਉਣਾ। ਸੀਨੀਅਰ ਸਿਟੀਜ਼ਨ ਦਾ ਮਹਾਂ ਸੰਮੇਲਨ। ਇਹ ਮੈਨੂੰ ਕਹਿੰਦੇ ਸੀ ਕੱਲ, ਕਹਿੰਦੇ ਜਿਹੜੀ ਕਾਪੀ ਲਿਆਂਦੇ ਹੋ ਮੈਂਬਰਾਂ ਵਾਲੀ, ਇਹ ਕਿੰਨੇ ਪੇਜਾਂ ਦੀ ਹੈ? ਮੈਂ 50 ਦੀ। ਕਹਿੰਦੇ ਮੈਂ 10 ਲੈ ਆਣਾ। ਕਹਿੰਦੇ 10 ਲੈ ਆਣਾ। ਕਹਿੰਦੇ ਮਹਾਂ ਸੰਮੇਲਨ ਹੈ। ਇਸ ਕਰਕੇ ਜਿਹੜੇ ਸਾਥੀ ਜਨੂਨੀ ਹੈ ਔਰ ਸੀਨੀਅਰ ਸਿਟੀਜ਼ਨ ਲੋਕਾਂ ਦਾ ਸੰਗਠਨ ਦਾ ਨਾਲ ਚੱਲਣਾ ਚਾਹੁੰਦੇ ਆ, ਉਹ ਆਪਾਂ ਪ੍ਰਯਾਸ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਨਾਲ ਖਿਲਾਰਨਾ। ਤੇ ਜਿਹੜੇ ਲੋਕ ਸੀਨੀਅਰ ਸਿਟੀਜ਼ਨ ਦਾ ਮੈਂਬਰ ਬਣ ਕੇ ਘਰਾਂ 'ਚ ਵੀ ਕਈ ਲੋਕਾਂ ਨੇ ਬਹਿਣਾ, ਉਹਨਾਂ ਨੇ ਆਉਣਾ ਨਹੀਂ। ਉਹਨਾਂ ਨੂੰ ਤੁਸੀਂ 10 ਵਾਰੀ ਫੋਨ ਕਰੋਗੇ ਨਾ ਤੇ 10 ਵਾਰੀ ਕੋਈ ਨਵਾਂ ਬਹਾਨਾ ਹੋਣਾ, 10 ਵਾਰੀ ਨਵਾਂ ਬਹਾਨਾ ਹੋਣਾ, ਕਿਉਂਕਿ ਉਹਨਾਂ ਦੀ ਇੱਛਾ ਸ਼ਕਤੀ ਦੀ। ਲੇਕਿਨ ਮੈਂਬਰ ਤੇ ਅਸੀਂ ਬਣਾਉਣਾ। ਹੁਣ ਜਿਸ ਤਰ੍ਹਾਂ ਉਸ ਸੰਮੇਲਨ ਤੋਂ 1-2 ਦਿਨ ਪਹਿਲੇ ਉੱਥੇ ਕਾਰਡਾਂ ਦਾ ਲਾਇਆ ਗਿਆ ਕੈਂਪ, ਜਿਹੜਾ 70 ਸਾਲ ਦੇ ਕਾਰਡ ਸੀ ਆਯੁਸ਼ਮਾਨ ਦਾ, ਉਸੇ ਜਗ੍ਹਾ ਦੇ ਉੱਤੇ ਲਵਾਇਆ ਗਿਆ। ਉਹ ਜਿੰਨੇ ਲੋਕ ਕਾਰਡ ਬਣਾ ਕੇ ਗਏ, ਉਹ ਦੂਜੇ ਦਿਨ ਆ ਗਏ। ਉਹ ਕਹਿੰਦੇ ਬਣਾਓ ਮੈਂਬਰ, ਬਣਾਓ ਮੈਂਬਰ। ਉਹਦਾ ਫਾਇਦਾ ਹੋਇਆ। 341 ਕਾਰਡ ਬਣੇ 5 ਦਿਨਾਂ 'ਚ। 300 ਕਪੂਰ ਸਾਹਿਬ 345 ਕਾਰਡ ਬਣੇ 5 ਦਿਨਾਂ 'ਚ। ਇਹ ਇੱਕ ਕੈਂਪ ਜਿਹੜਾ ਇੱਕ ਦਿਨ ਲੱਗਾ ਸੀ, ਉਹਦੀ 85 ਐਵਰੇਜ ਨਿਕਲੀ ਹੈ। 85 ਐਵਰੇਜ ਨਿਕਲੀ ਹੈ। ਬਣੇ 76 ਹੈ। 85 ਟੋਟਲ ਮੈਂਬਰਸ਼ਿਪ। ਅਸ਼ਵਨੀ ਜੀ ਇੱਥੇ ਬੈਠੇ ਹੋਣੇ ਆ। ਹਾਂ, ਅਸ਼ਵਨੀ ਜੀ ਨੇ, ਇਹਨਾਂ ਨੇ ਮਿਲ ਕੇ ਵਿਚਾਰਿਆਂ ਨੇ ਇੰਨੀ ਮਿਹਨਤ ਕੀਤੀ, ਕਿਉਂਕਿ ਲਿਖਤ ਪੜ੍ਹਤ ਦਾ ਕੰਮ ਬੜੀ ਭਾਰਾ ਹੁੰਦਾ ਹੈ ਸਰਦਰਦੀ, ਕਿਉਂਕਿ ਧੌਣ ਥੱਕ ਜਾਂਦੀ ਹੈ ਲਿਖ ਕੇ। ਜਿਹੜੇ ਪੈਨ ਨਾਲ ਲਿਖਦੇ ਆ ਨਾ, ਜਿਹੜੇ ਪੈਨ ਨਾਲ ਲਿਖਦੇ ਆ, ਪੈਨ ਦੇ ਜਿਹੜੇ ਪੈਨ ਨਾਲ ਲਿਖਦੇ ਆ, ਜਿਹੜਾ ਪੈਨ ਹੈ ਨਾ, ਇਹ ਜਿਹੜਾ ਪੈਨ ਹੈ ਜਿਹਦੇ ਨਾਲ ਲਿਖਦੇ ਦਾ ਕੰਮ ਇਹਦਾ ਹੀ ਹੈ। ਦੋਵਾਂ ਨੇ ਮਿਲ ਕੇ ਉੱਥੇ 2.5 ਘੰਟੇ ਧੌਣ ਸੁੱਟ ਕੇ ਲਿਖਣਾ ਸ਼ੁਰੂ ਕੀਤਾ। ਇਹਨਾਂ ਨੇ ਮੁੜ ਕੇ ਇੱਥੇ ਕੋਰਟ ਤੇ ਲਾ ਲਿੱਤਾ ਇਹਨੂੰ, ਤੇ ਦਿਸ ਕੌਣ ਰਿਹਾ? 5%। ਇਸ ਕਰਕੇ ਜਦੋਂ ਵੀ ਜਿਹੜਾ ਵਿਅਕਤੀ ਮਿਹਨਤ ਕਰਦਾ, ਕਈ ਦਫਾ ਸੰਗਠਨ ਦੀ ਬੈਕ ਸਾਈਡ ਦੇ ਉੱਤੇ ਜਿਹੜੇ ਲੋਕ ਮਿਹਨਤ ਕਰਦੇ ਆ, ਤਾਂ ਸਾਡੇ ਵਾਸਦੇਵ ਜੀ ਹੈ, ਇਹ ਮੈਸੇਜ ਪਾਉਣ, ਪ੍ਰਦੀਪ ਹੁਣੀ ਰੀਲਾਂ ਬਣਾ ਕੇ ਪਾਉਂਦੇ ਆ। ਇਹ ਕਈ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ, ਲੇਕਿਨ ਮੇਨ ਕੰਮ ਮੇਨ ਇਹਨਾਂ ਦਾ ਹੀ ਹੁੰਦਾ ਮਗਰ। ਪ੍ਰੋਡਿਊਸਰ ਡਾਇਰੈਕਟਰ ਹੋਏ ਨੇ। ਹਾਂ ਬਿਲਕੁਲ ਪ੍ਰੋਡਿਊਸਰ ਡਾਇਰੈਕਟਰ ਇਹ ਕੀ ਕਹਿੰਦੇ ਹੈ ਨਾ, ਇਹੀ ਗੱਲ ਕੀ ਕਹਿੰਦੇ। ਸੋ ਇੱਧਰ ਆ ਜਾਓ ਤੁਸੀਂ। ਆਪਣਾ ਜਦੋਂ ਹੁਣੇ ਜਿਨ੍ਹਾਂ ਨੇ ਮੀਟਿੰਗ ਲੈਣੀ ਹੈ, ਸੰਜੇ ਜੀ ਆ ਗਏ ਆ, ਸਾਰਿਆਂ ਨੇ ਖੜੇ। ਤੁਸੀਂ ਇੱਧਰ ਆ ਜਾਓ। ਇਹਨਾਂ ਦੀਆਂ ਕੁਰਸੀਆਂ 2 ਛੱਡ। ਤੁਸੀਂ ਵੀ ਇੱਧਰ ਆ ਜਾਓ। आप पहले बैठे मेरा जी आप पहले विराज मैं बैठता हूँ आप पहले बैठे आप बैठे बैठ अरे आप बैठे पहले मैं बैठता हूँ आप बैठिए पहले आप बैठिए आइए बैठे मैं लाता हूँ नहीं आप इधर आओ इधर आओ इधर आओ इधर आओ ठीक है ना आवाज़ आ गई पास ज़्यादा दिक्कत गई आ जाओ इधर आ जाओ कुर्सी आगे फंसेगी आ जाओ सामने आओ आओ इधर आओ इधर आओ नहीं थे मैं आप सामने नहीं क्या कह रहे थे आप बोलो
का प्रचारक हूँ और सहकार भारती जो संगठन है उसका राष्ट्रीय संगठन मंत्री हूँ। मुंबई से पूरे भारत में प्रवास करता हूँ। आप है हनुमान प्रसाद अग्रवाल जी, आप भीलवाड़ा से है और वह अखिल भारतीय जॉइंट ट्रेजरर सहकार भारती के हैं। आप है रतन प्रामाणिक, रतन जी बंगाल से है, कलकत्ता उनका केंद्र है और पूरे बंगाल में उनका सहकारिता को लेकर प्रवास होता है। अभी पूरी आवास व्यवस्था रतन जी के पास है और हनुमान जी पिछले 1.5 महीने से यहाँ व्यवस्था में जुटे हुए हैं। भीलवाड़ा से आके बीच में 1-2 बार गए लेकिन पूरा यहाँ रहा। तो सबसे पहले मैं आप सब लोगों को हृदय से बधाई देता हूँ। मैं कल से लोग मिल रहा हूँ आपके सीनियर सिटीज़न से। मैं पूरे भारत में प्रवास करता हूँ। अभी तक 600 डिस्ट्रिक्ट में मेरे प्रवास हुए हैं, लेकिन 600 डिस्ट्रिक्ट में सीनियर सिटीज़न का जैसे आपके अमृतसर का ऑर्गेनाइजेशन है वैसे मैंने पूरे 600 ज़िले में नहीं देखा। कल मेरी बात हुई। तो ये एक मॉडल है पूरे भारत के लिए। अभी मैं जहाँ भी मैं प्रवास में जाऊँगा वहाँ के सीनियर सिटीज़न को बोलूँगा आपको सीनियर सिटीज़न क्लब या ग्रुप या संगठन यदि चलाना है तो एक बार अमृतसर आकर विज़िट करो, यहाँ के सिटीज़न क्लब से मिलो, वो कैसे चलाते हैं वो देखकर आप इसको चलाना चाहिए। ऐसा एक अच्छा मॉडल अमृतसर में मुझे देखने को मिला, इसलिए आप सबको बहुत बहुत बधाई। अभी मैं व्यवस्था के पक्ष पे आता हूँ। अभी हमने सब रिव्यू लिया, 2300 के करीब 2300 के करीब डेलीगेट्स पूरे भारत से 500, 550, 600 डिस्ट्रिक्ट से आएंगे। अभी 2 ट्रेन कैंसिल हुई है, एक बिहार और उड़ीसा की, ये वातावरण के अनुसार, इसलिए 2300 पंजाब के अलग कार्यकर्ता रहेंगे। तो अभी मेरे ख्याल से 28 होटल्स सब में 31 होटल्स अभी निकाले हुए हैं टोटल कुल मिला के, और उसमें से 3 होटल और एक गर्ल्स हॉस्टल, ऐसा 4 जगह मिलके पूरी महिलाओं का आवास करेंगे। वो सब रतन जी एक होटल और ये सब बताएंगे। अभी आप में से कुछ लोग भोजन व्यवस्था में भी है मेरे ख्याल से, लेकिन मैं अभी केवल यहाँ होटल की जो व्यवस्था आवास व्यवस्था है उसके बारे में 5 मिनट बताऊँगा, फिर आप लोगों के सजेशन जो है वो। अभी कल रात से आज रात से लोग आना आरंभ हो जाएगा, कोई दोपहर में शाम को ऐसे। हमारे यहाँ भी कुछ होटल आज शाम से बुक है, कल से बुक है, ऐसा अलग अलग है, जैसे आएंगे वैसे। अभी कौन से होटल में कौन से प्रांत के लोग रुकेंगे स्टेट, ऐसा उन्होंने पूरा निकाल लिया है। 2200-300 लोगों का पूरा अरेंजमेंट कंप्लीट कर दिया है। अभी उन प्रांतों को भी उन्होंने मैसेज भेजा है कि आपके प्रांत की व्यवस्था इस होटल में रहेगी। और अभी ये लोग प्रयास कर रहे हैं कि वो अभी 2, 3, 15, 16 लोगों की टीम लगी है अमृतसर की, वो लोग यातायात का काम करेंगे। जो लोग रेलवे स्टेशन आएंगे उनसे उनको होटल में भेजने का काम करेंगे, वहाँ से ऑटो से, रिक्शा से, जो भी होगा। अभी आप लोगों का काम क्या है, तो आप एक या 2 कार्यकर्ता, जो भी आपकी सुविधा होगी, एक होटल में 1 या 2 लोगों की ड्यूटी लगानी है। वो वहाँ से आपके वो होटल का नाम, उसके सामने आपका नाम, मोबाइल नंबर, वो सबको भेज दिया जाएगा। तो जो लोग स्टेशन से निकलेंगे होटल में आएंगे तो आपको रिंग करेंगे, या वहाँ आप बैठे रहेंगे तो आप उनको नमस्कार चमत्कार हो जाएगा। तो आपको करना 2-3 बातें छोटी छोटी, मुझे जो लगता है कि अभी एक होटल है तो उसमें 70 की व्यवस्था की है, तो 70 लोग आने वाले हैं। तो वहाँ हमने क्या किया है, एक कमरा 2 बेड का है, तो कई कमरे थोड़ा बड़ा है तो उसमें हमने एक्स्ट्रा बेड डाला है, तो एक रूम में 3 लोगों का ऐसा व्यवस्था किया है। कुछ कमरे उसमें 2 ही लोग रहेंगे, और कुछ कमरे में 3 है, कुछ बड़ा कमरा है तो 4 भी है, ऐसा अलग अलग। वो पूरा आपको जो जिस होटल में रहने वाला उसके पास वो तख्ती देंगे रतन जी कि इस होटल में इतने लोगों की आवास व्यवस्था है और इस प्रांत के लोग रहेंगे, और ये रूम 12 रूम है 2 बेड के, 10 रूम है 3 बेड के, 4 रूम है, ऐसा जो भी कुछ होगा वो मिलेगा। तो आपका काम क्या है, तो वहाँ आने वाले में कोई सीनियर है तो पहले माला है तो उसको आप बताएंगे कि भाई आप लोग थोड़ा इनकी व्यवस्था यहाँ रहे, बाकी के लोग ऊपर चले जाए, जो युवा है वो। लिफ्ट है तो कोई चिंता नहीं है, कहीं पर भी जाए। सीनियर है तो जहाँ 2 ही बेड की व्यवस्था है वहाँ सीनियर को डाल देंगे, तो क्या है वो ठीक रहेगा। थोड़ा युवा है तो एक में 3 वाला जो है उसमें डाल सकते। ऐसी वहाँ की जो छोटी मोटी चीज़ें हैं
उसको पूरा देख के वो, क्यों तो हम लोग बोलने से ज़्यादा आप लोगों को देखकर वो उनका आधा कम हो जाता है बोलने का। आप बताएंगे तो सब सुनेंगे। दूसरा है कि सुबह चाय वो होटल वाले देने हैं वहाँ तो वो आई तो एक बार आप लोग तय करो कि एक होटल का स्पॉट तय करेंगे, टाइम तय करो, वहाँ चाय लगी रहेगी सबको, यहाँ चाय इतने बजे रहेगी, इतने बजे जितने बजे आकर आपकी चाय पीना है। यहाँ से टाइम बताएंगे आपको, उसके टाइम एक बार सबको बोलना भैया चलिए भाई साहब हो गया आपका टाइम, निकलिए, एक वहाँ कार्यक्रम शुरू होना है। बस इतना, ये इतनी ड्यूटी आप लोगों को वहाँ आपको निभानी है। तो हम लोग सबको भी बताने वाले हैं कि भाई आप लोगों के वहाँ के व्यवस्था के लिए सब सीनियर सिटीज़न जो है वो स्वयं व्यवस्था में रहेंगे, आपके दादा पिताजी ऐसे लोग, ऐसा हम उनको सूचना उस प्रकार से देने वाले हैं। तो मुझे लगता है इतना काम की व्यवस्था हो जाएगी तो है। हमने यातायात वालों को भी ऐसा मैंने कहा, बहुत सिंपल कहा है यातायात वालों को, क्या भाई केरल से लोग आएंगे तो वो लगभग 56 घंटे की जर्नी करेंगे, आसाम के लोग आएंगे तो वो भी 40-50 घंटे की जर्नी, तमिलनाडु के लोग हैं, महाराष्ट्र के लोग हैं, उनको भी कम से कम 40, नांदेड़ साहब से आएंगे पर तो उनको 30-30, 40-40 घंटे की जर्नी करके आएंगे। और यहाँ आएंगे, मैंने कहा अमृतसर उतरे जाएंगे तो कोई दिखाई नहीं वहाँ, तो 40 घंटे की जर्नी की तो को 80 घंटे की जर्नी की थकान हो जाएगी। लेकिन स्टेशन पे उतरा और अमृतसर का बंदा दिखा, आइए भाई साहब आइए, वेलकम, स्वागत है आपका, आइए गुड़ दिलो, पानी दो, तो 40 घंटे की थकान समाप्त हो जाएगी। ऐसा मैंने यातायात के लोगों को कहा कि आप वहाँ रात भर टेबल कुर्सी डालकर बैठिए, ट्रेन आ गई, आइए सहकार भारती, आइए नमस्कार जी, आइए बैठिए बैठिए, बाहर ऑटो है, आपकी व्यवस्था इस होटल में है और ये बंदे वहाँ हमारे सीनियर सिटीज़न होटल में बैठे हैं, आप जाइए, वो वहाँ रहेंगे। हो सकता है वो आपको फ़ोन भी करे, नहीं किया तो भी वहाँ आए तो आप बैठे मिलेंगे, आइए भाई साहब, तो उनकी सब थकान समाप्त हो जाएगी। ये ठीक हो गया तो हमारे 3 दिन का अधिवेशन ठीक ठाक हो जाएगा, सफल। कोई नहीं तो आते वो मिला नहीं, कोई रात में भी जाना कहाँ, कैसे जाना, फिर फ़ोन करे कहाँ है, हम आ गए, ये है वो है, तो मन थोड़ा डिस्टर्बेंस होता है। मैंने उनको कहा कि आप रिसीव करने की व्यवस्था ठीक करो, तो वो उनकी भी एक बैठक ली, वो भी रचना ठीक से लगाई है। तो आप लोग हैं तो हमारा आधे से ज़्यादा टेंशन समाप्त हो गया, कि तो वहाँ आप मिलेंगे उनको तो एक थोड़ा घर की एक याद आ जाएगी उनको, चलो भाई घर के बुज़ुर्ग लोग हमको मिले हैं। बस इतना आप लोगों का सहयोग, वो केवल मैं आवास व्यवस्था की बात है, बाकी जो अलग अलग व्यवस्था में भोजन वो तो आपका चल ही रहा है। तो ये व्यवस्था में बस आप लोगों का भी कुछ सुझाव कुछ बताना है, नहीं तो फिर एक बार बैठकर हमारे हनुमान जी ये सब बैठ के कौन कौन से होटल में रहेंगे, उनका नाम, उसका नंबर, और ये है कि दिन भर रहने की ज़रूरत नहीं, आपकी सुविधा अनुसार एक बार पहले आने तक एक बार सेटलमेंट हो गया कि सुबह मॉर्निंग वॉक जैसे जाते वैसे वहाँ जाके सबको आइए भाई साहब चाय पियो, चलो राम राम जी चाय हो गई, समाप्त। आपको सुविधा हो गई तो शाम को फिर जाके राम राम करना है, रात को सब हुआ, यहाँ तो यहाँ मिलेंगे सब लोग, आपकी सुविधा। लेकिन इतना पक्का सुबह मॉर्निंग में चाय को राम राम हो जाएगी और आने के दिन उनको रिसीव होटल में बैठे बैठे करके, एक बार लाइन लग गई, मान लो किसको गर्म पानी नहीं आ रहा तो मैनेजर को भैया देखो जरा उधर थोड़ा, एक दिन पहले स्टार्ट होने में, फिर तो वो करेगा। हमको करना कुछ नहीं है, करना है वो होटल वाले जो है वो। तो इतना मुझे लगता है जो मेरे मन में आए वो मैंने आपको बताया। आप लोगों को और कुछ सुझाव सजेशन है तो आप लोग दे सकते हैं। क्यों? अच्छा ठीक है। कि जो ई रिक्शा से या जिस साधन से वहाँ पे आपके आवास पे आते हैं, उस समय अपन ई रिक्शा वालों को कह सकते हैं कि भाई 8 बजे का समय रहेगा, यहाँ से बी ब्लॉक छोड़ना है, तो उनको सवारी का साधन मिलेगा और नीचे से सब जो है आवास वाले समय पे अधिवेशन स्थल पहुँच पाएंगे, क्योंकि अल्पाहार यहाँ रहने वाला उनका। और रात्रि में अधिवेशन की जब उस सत्र समाप्त होगा उस समय भी यहाँ पर ऑटो आ जाते हैं। इस तरह के अपन जब आते हैं ना ऑटो वाले, तो उनको कह देंगे कि भाई इस समय आप तो यहाँ सूचना आप दे सकते हैं, जाने ये का सूचना आवास वाले दे सकते हैं। वैसे यहाँ से भी जाएगी कि फिर भी आवास वाले अगर देंगे तो ठीक है। दूसरा एक और है कि पानी की टंकी रात्रि में भरी रहे, ऐसा थोड़ा सा अपन उसको संकेत होटल वालों को कर दें। बहुत सी बार सुबह सुबह बाथरूम जाए और कोई खोलता है नल और खाली खुला रहता है तो फिर खुला रहता है, फिर टंकी भरती नहीं फिर, इसलिए थोड़ा सा अपन इसकी चिंता करें। वैसे आप सब वरिष्ठ हैं, सब ने कितने ही कार्यक्रम कराए हैं संपन्न, ये कहने की ज़रूरत नहीं है। और भी छोटी मोटी कोई चीज़ें हो तो आप वैसे भी करेंगे। धन्यवाद।
ई रिक्शा का जो मतलब है वो स्वयं उसका किराया वगैरह ओके, बस उनको हमने बोलना है कि आप ई रिक्शा वालों को कि आप इतने बजे तक यहाँ पे सवारियों को उधर लेके जाए। हाँ, क्या है बाहर का देख के वो 50 रुपया सवारी में, तो अपना रूटिंग 15-20 रुपया जो सवारी है, एक में 4-5 लोग बैठ कर वो आपको मालूम है तो इतना ही है, वो पैचअप करने का काम है। नहीं तो बंदा बाहर का दिखता है तो उसको 50 रुपया सवारी ऐसा वो लेके बताते हैं ना, तो वो थोड़ा आप लोग रहेंगे तो उसको समझ में आएगा ये बंदा लोकल है। कम लेना है किराया। वैसे यहाँ ई रिक्शा बहुत है, इसलिए तो हमने गाड़ियों की बहुत है। और दूसरा क्या है, गाड़ियाँ लगाएंगे तो ट्रैफिक में ज्यादा समय लगाएंगे। ई रिक्शा वाला उसको पैसा कमाना है, वो फास्ट बिल्कुल पहुंचा देता है, वो निकल जाना है। हाँ वाला क्यों बोल देंगे वो ई रिक्शा वाला बंदोबस्त कर देता है, उसे बोल देंगे इस जगह से उस जगह पर जाना, ये हमारी सवारी छोड़ नहीं लेकर ये प्रपोजल ठीक है, अपने आप ही कर देते हैं। ऑटो वाले को बोला जाए, मैनेजर को भाई इतना ये रिक्शा वाले होंगे उन्होंने लिंक को दौड़ना, हाँ वो अपना सारे अपने सवारी ਇਹਨਾਂ ਨਾਲ ਜਿਹੜੀ ਹੈ मैक्सिमम होटल जो है वो मेरा ख्याल में ये आसपास ही है, हाँ 2-3 किलोमीटर की ਅੱਜ ਸਾਡੇ ਵਿੱਚ ਇੰਡੀਆ ਦੇ ਪਦ ਅਧਿਕਾਰੀ ਆਏ ਨੇ। ਹਨੂੰਮਾਨ ਜੀ ਨਾਲ ਤੇ ਮੇਰੀ ਪਹਿਲੇ ਵੀ ਮੁਲਾਕਾਤ ਹੋਈ ਹੈ, ਕਿਉਂਕਿ ਇਹ ਸਵਾ ਮਹੀਨੇ ਤੋਂ 1 ਮਹੀਨੇ ਤੋਂ ਇੱਥੇ ਹੀ ਨੇ। आज नहीं कोई दिक्कत हिंदी च बोल लेना है। नहीं कोई थोड़ा सा समझता है पंजाबी। ये बंगाली है ना शायद, ये 1.5 महीने से जो यहाँ व्यवस्था का कार्य चल रहा था उसमें हमारे हनुमान जी से हमें पहले ही परिचित थे और अलग अलग बैठकों में मिलते भी रहे हैं। सो आज की जो बैठक थी वो कल ही हमें सूचना दी गई थी कि कल अपने कार्यकर्ताओं की मेन कार्यकर्ताओं की एक बैठक बुलाओ। सो उसी को देखते हुए आज की बैठक रखी गई है। मैं सचिव जी से निवेदन करूंगा कि ये जो सभी कार्यकर्ता हैं, कोई बिजनेसमैन है, कोई रिटायरमेंट सरकारी रिटायरमेंट जॉब से रिटायर हुआ है, अलग अलग क्षेत्रों से, कोई साइकिल पंचर वाला है, कोई पान वाला है, इसमें सभी समाज के लोग हैं। तो इस कार्य के लिए जो हमें 3 व्यवस्था दी गई थी, एक आवास व्यवस्था, एक भोजन वितरण व्यवस्था, एक रिजर्व में इन्होंने बोला था कि 50-60 लोग आप रिजर्व में रहेंगे ताकि वहाँ पे अगर इमरजेंसी किसी कार्यकर्ताओं की 5-10-15 की ज़रूरत पड़ती है तो हमें जहाँ से सीनियर सिटीजन का जो ग्रुप है वहाँ से 10 आदमियों की ज़रूरत पड़े, 20 की पड़े, 50 की पड़े, यहाँ से हमें मिलने चाहिए। तो तीनों व्यवस्था में हमने सहयोग के लिए पूरा कार्यक्रम बनाया है। इस कार्यक्रम की विशालता को देखते हुए सीनियर सिटीजन का हर कार्यकर्ता बहुत उत्साहित है कि अमृतसर की गुरु नगरी को समर्पित कार्यक्रम जो हो रहा है इसमें हमने अपनी जी जान लगा देनी है, ताकि जो बाहर से अतिथि आए तो उनको महसूस होना चाहिए कि जो हमारी महिलाएं बैठी हैं, बहनें बैठी हैं, इनमें एक विशेष उत्साह है कि जो महिला कार्यकर्ता बाहर से आएंगी तो इनकी तरफ से भी प्रयास है कि उन कार्यकर्ताओं को भी किसी प्रकार की कोई दिक्कत नहीं आनी चाहिए। 6 बजे सुबह ड्यूटी पर आना और घर का काम छोड़कर आना, क्योंकि सुबह नाश्ते का टाइम है, घर में बच्चों ने स्कूल जाना है, सास का कोई काम है, ससुर का काम है, घर में छत्ती का, लेकिन इनकी कुर्बानी देखिए कि कम से कम 20 महिलाएं तैयार हो गई, जबकि हमें ज़रूरत वहाँ पर होटल आवास व्यवस्था में 4-5 की थी। ये हमारे शैली बहन जी बैठी हैं, उधर अलग अलग इलाकों से ये आई हुई हैं सारी, इनके पास कम से कम 30-40 महिलाओं का ग्रुप है। सो जहाँ गुरु रामदास जी ने हमारे पे अपार कृपा करनी है, क्योंकि उनको समर्पित कार्यक्रम है गुरु रामदास की जी को, उनकी बनाई नगरी को। सो हर कार्यकर्ता जहाँ उत्साहित है, और आगे से भी 9 तारीख के बाद, एक मैं बड़ी बात कहने जा रहा हूँ, 9 तारीख के बाद भी
ये चाहते हैं कि सरकार भारती अगर नौजवानों को कार्य दे रही है तो हम इनके साथ जुड़े रहें, सरकार भारती के साथ हमें जुड़ना चाहिए, ताकि लॉन्ग लाइफ हमने पंजाब को भी खुशहाल बनाना है। पंजाब की खुशहाली के लिए सरकार भारती का विस्तार बहुत ज़रूरी है, उसका गाँवों गाँवों तक प्रचार हो, शहर शहर में प्रचार हो, उसके लिए भी इनके मन में बहुत उत्साह है। सो आपका सहयोग मिलता रहेगा तो कोई कारण नहीं है कि पंजाब में सरकार भारती है जो इसकी विशालता, क्योंकि हमें कमियां तो हर जगह रहती हैं, जो काम करेगा उसकी कमियां तो रहेंगी, लेकिन इनके मन में एक अलग किस्म का उत्साह दिख रहा है कि कार्यक्रम के बाद भी खन्ना जी आपने इनके साथ टच रहना है, सरकार भारती के प्रोग्रामों को घर घर तक पहुँचाना है। सो 1 तारीख से व्यवस्था देख रहे हैं हम इसकी भोजन व्यवस्था। अभी के पहले ये व्यवस्था हमारे जुम्मे हमें बताया गया था कि 6 तारीख को अपनी हमारे प्रभारी हैं, भोजन व्यवस्था के प्रभारी हैं, इनके साथ हमने 2-2 सह प्रभारी लगाए हैं और 16 आदमियों की टीम इनको 16 कार्यकर्ताओं की इनको टीम दे दी। के प्रभारी हैं विक्रम दंदोना जी, इनके साथ ही 2 प्रभारी लगाए गए, सह प्रभारी लगाए गए हैं। इसी तरह ही जो रिजर्व है उनके प्रभारी हैं हमारे वासुदेव जी, ये रेलवे से चीफ ऑफिस से सीनियर सुपरिटेंडेंट रिटायर हुए हैं। सो एक मैंने कल आपको नहीं शायद बताई बात है, इनकी एज 75 साल है, खड़े 75 साल है। सुबह 1 घंटा लोगों को 100 लोगों को योगा करवाते हैं और खुद भी करते हैं। आज भी 18 साल का व्यक्ति इनके बराबर भाग नहीं सकता। सुबह योग की कक्षा के बाद मैं यहाँ आ गया था, जो चतुर्भुज जी आ रहे थे, इनसे मिला, फिर मैं आधा घंटा प्रधान जी हैं जशपा चौरी, उनके साथ सीनियर वाइस प्रेसिडेंट है संगठन के, उनके आगे रह गए। हाँ जी, बड़ी मेहनत कर रहे थे, आशीर्वाद ना, ठीक है ना। अश्विनी शर्मा एज है, ये भी योगा से जुड़े हुए हैं। ये जो वाइस प्रेसिडेंट से स्कूल में तो 6 महीने पहले हमसे जुड़े, अभी 30 तारीख को रिटायर हुए हैं। तो 2 महीने पहले अपने प्रिंसिपल को कहते हैं मुझे छुट्टी दे दो, मैंने सीनियर सिटीजन का अब ज़िंदगी भर काम करना है। वो बोले नहीं, 2 महीने छुट्टी नहीं मिलेगी, स्कूल का काम नहीं चलेगा, जो करना आपको करो, आपको कोई रोकेगा नहीं, आप क्या कर रहे हो। अब 30 तारीख को रिटायर होने के बाद इन्होंने ऐलान कर दिया अब बाकी की ज़िंदगी सारी सीनियर सिटीजन के लिए। क्या बात है, वाह। राम अवतार जी हैं आगे, इनको सह प्रभारी बनाया गया है। जो तीनों हमने सह प्रभारी अपना प्रभारी लगाए हैं, इनके 2-2 सह प्रभारी हैं, 9 के ऊपर एक 3 प्रभारी और लगाए गए हैं जो इनके ही दिक्कत के लिए है। सह प्रभारी तीनों के ऊपर अपना अवतार जी हैं, राम अवतार जी सह प्रभारी लगाए गए हैं ऊपर। अपना ये प्रदीप कुमार जी, इनको भी सह प्रभारी लगाया गया उसमें। सो व्यवस्था जैसे आपके निर्देश हैं वैसे तो चलेगी ही, लोकल परिस्थितियों को देखते हुए अगर कोई परेशानी आएगी तो ये हमें बताएंगे, अगर वो हमसे भी ना हल हुई तो आपको बताया जाएगा। करेक्ट कि भाई ये नहीं है। जैसे अभी महिलाएं मुझे कह रही थी कि आने जाने में सुबह 6 बजे कई जिन इलाकों में जो रहती हैं वहाँ को टेम्पू वेम्पू नहीं मिलता, तो हम आएंगे कैसे। मैंने कहा उसकी हम रिक्वेस्ट करेंगे कि एक आधी गाड़ी अगर व्यवस्था में लग जाए इधर से तो बढ़िया रहेगा, 2 गाड़ियाँ हमें मिल जाए, ताकि महिलाओं को रास्ते में सुबह 6 बजे अंधेरा होता है, कोई मतलब छीना छपटी ना हो, उसके लिए 2 गाड़ियों की हमारी रिक्वायर है। वैसे तो आपसे मुझे कहना नहीं चाहिए क्योंकि ये व्यवस्था यातायात की और किसी के पास होगी, उससे ही निवेदन करना पड़ेगा, लेकिन हम फिर भी चाहते हैं कि आप हमारी उन तक रिक्वेस्ट 2 गाड़ियाँ हमें दे दी जाएँ। उसके लिए आप देखोगे उम्र का तकादा के 82 साल के हैं। जिंदाबाद सरकार भारती आई है, नई रोशनी लाई है, सरकार भारती
रोशनी आई है, नई रोशनी लाई है। ਇਹਨਾਂ ਦੀ ਆਵਾਜ਼ ਮਾਈਕ ਨਾਲ ਸੋ ਇਹ ਕੰਨ ਬੋਲ ਜਾਂਦੇ ਨੇ ਪਰ ਇਸ ਰਾਹੀਂ ਜਿਹੜੇ ਜਿੰਨੇ ਵੀ ਕਾਰਿਆਕਰਤਾ ਪ੍ਰਮੁੱਖ ਲਾਇਆ, ਵਾਰਡ ਪ੍ਰਮੁੱਖ ਲਾਇਆ, ਸੋ ਕਹਿਣ ਦਾ ਭਾਵ ਇਹਦੀ ਚਲੋ ਵਿਆਖਿਆ ਤੁਹਾਡੇ ਨਾਲ ਵਾਲੇ ਸਮੇਂ 'ਚ ਮੀਟਿੰਗਾਂ 'ਚ ਹੋਏਗੀ। ਅੱਜ ਜਿਹੜੀ ਮੇਨ ਮੁੱਦਾ ਸਾਡਾ ਇੱਥੇ ਹੈ, ਕਿਸੇ ਪ੍ਰਕਾਰ ਦੀ ਕਿਤੇ ਡਿਊਟੀ ਦੀ ਜ਼ਰੂਰਤ ਹੋ ਗਈ, ਵਰਗ ਨਾਲ ਅਟੈਚ ਹੈ ਸਾਰੇ। ਹਾਂਜੀ, ਕਪੂਰ ਸਾਹਿਬ ਹੈ ਸਾਡੇ, ਪ੍ਰਵੀਨ ਜੀ ਹੈ, ਸਾਰੇ ਲੋਕ ਬੈਠੇ, ਚੋਪੜਾ ਹੀ ਬੈਠੇ। ਸੋ ਇਹਦੇ ਵਿੱਚ ਸਾਡੇ ਨਿਊ ਅੰਮ੍ਰਿਤਸਰ ਤੋਂ ਹੀ ਸੰਧੂ ਸਾਹਿਬ ਹੈ, ਕਰਨਜੀਤ ਸਿੰਘ ਜੀ ਸੰਧੂ। ਇਹ ਮੈਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਇਹ ਇੰਚਾਰਜ ਹੈ ਈਸਟ ਹਲਕੇ ਦੇ, ਅਸੈਂਬਲੀ ਹਲਕਾ ਪੈਂਦਾ ਈਸਟ, ਉਹਦੇ ਇੰਚਾਰਜ ਲਾਏ ਗਏ ਹੈ। ਆਪਣਾ ਗੌਤਮ ਜੀ ਬੈਠੇ ਹੈ, ਗੌਤਮ ਜੀ ਦਾ ਵੀ ਕਲੈਰੀਕਲ ਕੰਮ ਹੈ ਕਰਨੀਆਂ ਸਾਰੀਆਂ। ਇਹਨਾਂ ਨੇ ਤੁਹਾਨੂੰ ਨੰਬਰ ਇੱਥੇ ਬੰਦੇ ਦਾ ਨਾਂ ਨੂੰ ਲਿਖਾ ਕੇ ਸਾਰੇ ਤੁਹਾਡੇ ਨਾਲ ਸਾਰਾ ਸੈਪਰੇਟ ਕਰ ਲੈਣਾ। ਸੋ ਤੁਸੀਂ ਭਾਗਾਂ ਵਾਲੇ ਹੋ, ਆਪਾਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਰਿਆਂ ਨੂੰ ਇਹ ਮਹਾਨ ਵਿਭੂਤੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਲੋਕੀ ਤਾਂ ਕੁੰਭਾਂ ਦੇ ਜਾਂਦੇ ਆ ਨਾ, ਸੰਤਾਂ ਦੇ ਦਰਸ਼ਨ ਕਰਨ। ਇਹ ਸੰਤ ਹੀ ਹੈਗੇ ਜਿਹੜੇ ਸਮਾਜ ਨੂੰ ਚਲਾ ਰਹੇ ਹੈ, ਜਿਨ੍ਹਾਂ ਨੇ ਖੁਦ ਕਹਿੰਦੇ ਕੂਆਂ ਪਿਆਸੇ ਕੇ ਬਾਅਦ ਗਿਆ। ਇਹ ਕੂਆਂ ਜਿਹੜਾ ਪਿਆਸੇ ਕੋਲ, ਇਹਨਾਂ ਦੀ ਸਾਦਗੀ ਦੇਖੋ, ਇਹਨਾਂ ਦੀ ਸਾਦਗੀ ਦੇਖੋ। ਗਲਿਆਂ ਦੇ ਵਿੱਚ ਸੂਤੀ ਥੈਲੇ ਪਾਏ ਹੈ। ਡੇ ਨਾਈਟ ਇੱਕੋ ਹੀ ਤਮੰਨਾ ਵੀ ਨੌਜਵਾਨਾਂ ਨੂੰ ਕੰਮ ਮਿਲਣਾ ਚਾਹੀਦਾ, ਨੌਜਵਾਨ ਬੱਚਿਆਂ ਦਾ ਪੰਜਾਬ ਦੇ ਵਿੱਚ ਵਿਕਾਸ ਹੋਣਾ ਚਾਹੀਦਾ। ਜਿਹੜਾ ਆਪਾਂ ਪੰਜਾਬ ਕਹਿੰਦੇ ਵੀ ਪੰਜਾਬ ਕੁਛ ਨਹੀਂ ਕਰ ਸਕਦਾ, ਇਹੋ ਜਿਹੇ ਲੋਕਾਂ ਨੇ ਸਾਨੂੰ ਮਾਰਗਦਰਸ਼ਨ ਦੇਣਾ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਲਈ ਵੀ ਰਾਹ ਖੋਲ੍ਹਣੇ ਆ। ਸਰਕਾਰੀ ਨੀਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਘਰ ਘਰ ਤੱਕ ਆਪਾਂ ਪਹੁੰਚਾਉਣਾ। ਸੋ ਇਹਨਾਂ ਗੱਲਾਂ ਦੇ ਨਾਲ ਹੀ ਡਿਊਟੀ ਇਹਨਾਂ ਨੇ ਸਮਝਾਤੀ है। फिर मैं जड़ियाँ गल्लां ਤੁਹਾਨੂੰ पै गए दोहराना नहीं चाहता। आपसे आने से पहले मैं इनको बता चुका हूँ कि ड्यूटी के मामले में कोई कोताही नहीं होनी चाहिए। ड्यूटी ਲਈ मैं ਤੁਹਾਨੂੰ ਦੱਸਿਆ ਪਹਿਲੇ ਸਾਰਿਆਂ ਨੂੰ ਕਿ ਆਪਣੀ ਡਿਊਟੀ ਉਦੋਂ ਤੱਕ ਨਹੀਂ ਛੱਡਣੀ ਜਿੰਨੀ ਦੇਰ ਤੱਕ ਤੁਹਾਡਾ ਕੰਮ ਨਿਬੜ ਨਹੀਂ ਜਾਂਦਾ। ਹੋਟਲ ਦੇ ਵਿੱਚ ਜੇ 2 ਵਿਅਕਤੀ ਵੀ ਰਹਿੰਦੇ ਆ, ਸਾਡਾ ਫਰਜ਼ ਬਣਦਾ ਉਹਨਾਂ ਨੂੰ जहाँ आगे भी कहीं अधिवेशन होगा तो हम पूर्ण सहयोग देंगे उसमें। इनमें से 40 लोग सरकार भारती के कार्यकर्ता बन चुके हैं। 40 लोगों को सरकार भारती के साथ जोड़ दिया। जितनी भी समस्या कोई सी प्रकार की इसके कार्यक्रम के लिए आएगी, आप चाहोगे तो ये कार्यकर्ता अकेला 24 घंटे नहीं 27 घंटे यहाँ पर रहने के लिए तैयार है। किसी प्रकार की कोई ऑर्गेनाइजेशन काम करती है, उसके कार्यकर्ता कम भी आ जाते हैं तो हम लोग उनका सहयोग देने के लिए तैयार हैं। तो इसी प्रार्थना के साथ लिस्टें जो हैं अश्विनी जी और देवेंद्र जी आपके साथ तय कर लेंगे, वो आपको नाम बना कर दे देंगे इसके। तो कल परसों 6 तारीख से सुबह से जो सभी कार्यकर्ता अपनी अपनी ड्यूटी के पे डटेंगे। कल 5 तारीख है ना? कल 5 है, परसों 6। कल से भी काफ़ी लोग आने वाले हैं तो उसकी सूची पहले दे देंगे आपको, 2-4 स्थानों से।